इकट्ठे होकर संगति करन दे लई अज़ल दिता। तो आइए असीं परमेश्वर दा वचन पढ़ांगे। इब्रानियां दी पत्री 4 अध्याय उसका 11 वचन पढ़िए। सो आओ असीं उस आराम विच वड़न दा यतन करिए भई कोई उन्हां वांगू अणाग्याकारी दे कारण डिग ना पवे। पवित्र परमेश्वर प्रभु यीशु तुहाडे पवित्र और अच्छे वचन दे लई तुहाडा धन्नवाद। प्रभु अपना वचन आशीष करके दो। समझण विच एक दी समझ और खुद नूं खोलो। प्रार्थना यीशु तुहाडा पवित्र नाम लैके असीं मंग लैंदे हां। आमीन। दोबारा पढ़ना। सो आओ असीं उस आराम विच वड़न दा यतन करिए भई कोई उन्हां वांगू अणाग्याकारी दे कारण डिग ना पवे। तो परमेश्वर दे वचन च पढ़दे हां कि प्रभु दा दास पालूस बोलदा आ, आओ असीं उस आराम विच वड़न दा यतन करिए कोई उन्हां वांगू अणआग्याकारी दे कारण डिग ना। क्योंकि इसराइली लोगों नूं जदों परमेश्वर मिस्र चों कढ के लैके आए तो उन्हां नूं परमेश्वर ने बोलिया ही कि तुसीं यतन करना है मेरे राज कनान देश विच जाण दे लई। पढ़ांगे एक वचन भविष्यता सार उसका 6 अध्याय का 3 वचन तो भविष्यता विवरण उसका 6 अध्याय उसका 3 वचन। हे इस्राएल सुनो ਅਤੇ ਇਵੇਂ ਹੀ ਕਰਨ ਦਾ ਯਤਨ ਕਰੋ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਬਹੁਤ ਵਧੋ। परमेश्वर दे वचन च की पढ़िया, हे इस्राएल तुसी की करो, सुनो सुनो ते ਇਵੇਂ ਹੀ ਕਰਨਾ। इंज ही करना या एवें ही करना है। करन दा यतन करना। हाँ जी। इस करके इस्राएल कौम ने परमेश्वर दे राज च जिहड़ा पृथ्वी ते कनान देश आ उस दे अंदर प्रवेश करन लई उन्हां की नहीं कीता, ਯਤਨ ਨਹੀਂ ਕੀਤਾ। कोई यतन नहीं कीता। बस वो परमेश्वर दे कोलों अपनियां जरूरतां दे लई डिमांड करदे सी। परमेश्वर नूं ਜਦੋਂ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਸੀ तो परमेश्वर ਦੇ ਅੱਗੇ ਬੁੜ ਬਣਾਉਂਦੇ ਸੀ। मूसा ਦੇ ਅੱਗੇ ਵੀ ਬੁੜ ਬਣਾਉਂਦੇ ਸੀ। परमेश्वर ਉਹਨਾਂ ਦੇ ਵਿੱਚ ਦਿਨ ਨੂੰ ਬੱਦਲ ਰਾਤ ਨੂੰ ਅੱਗ ਦਾ ਖੰਭਾ ਬਣ ਕੇ ਚੱਲਦੇ ਸੀ ਔਰ परमेश्वर ਨੇ ਉਹਨਾਂ ਦੀ ਹਰ ਜ਼ਰੂਰਤ ਨੂੰ ਮੁਹੱਈਆ ਕੀਤਾ। ਲੇਕਿਨ ਉਹ फिर भी परमेश्वर विच चलते समय की अणआग्याकारी करके चले। इस करके परमेश्वर दे वचन चो पढ़ांगे 3 अध्याय इब्रानियां दी पत्री 3 अध्याय उसका 16 वचन तो पढ़िए। ਉਹ ਕਿਹੜੇ ਸਨ ਜਿਨ੍ਹਾਂ ਸੁਣ ਕੇ ਬਗਾਵਤ ਕੀਤੀ। ਉਹ ਕਿਹੜੇ ਸਨ ਜਿਨ੍ਹਾਂ ਸੁਣ ਕੇ ਬਗਾਵਤ ਕੀਤੀ। ਭਲਾ ਉਹਨਾਂ ਸਭਨਾ ਨਹੀਂ। ਭਲਾ ਉਹਨਾਂ ਸਭਨਾ ਨੇ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿਕਲ ਆਏ ਸਨ। ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿਕਲ ਆਏ ਸਨ। ਇਸਰਾਇਲੀ ਲੋਕਾਂ ਨੇ ਕਨਾਨ ਦੇਸ਼ 'ਚ ਜਾਣ ਦੀ ਜਗ੍ਹਾ ਜਾਂ ਯਤਨ ਕਰਨ ਦੀ ਜਗ੍ਹਾ ਉਹਨਾਂ ਨੇ ਕੀ ਕੀਤਾ? परमेश्वर दे विरुद्ध बगावत की। बगावत का मतलब की हुंदा है कि परमेश्वर दे खिलाफ चलना शुरू करता। परमेश्वर की आज्ञा ना मनन दे कारण है परमेश्वर ने वचन च पढ़दी उन्होंने बगावत की। इस करके प्रभु का दास बोलदा, आओ ਅਸੀਂ ਉਸ ਦੇ ਆਰਾਮ ਵਿੱਚ ਵੜਨ ਦਾ ਯਤਨ ਕਰੀਏ।
ਉਹਨਾਂ ਵਾਂਗੂ ਕੋਈ ਅਣ ਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ। ਇਸ ਕਰਕੇ ਇਸਰਾਏਲੀ ਲੋਕ ਜਦੋਂ ਮਿਸਰੋਂ ਨਿਕਲੇ ਆ ਮੂਸਾ ਦੇ ਰਾਹੀਂ, ਤੇ ਉਹਨਾਂ ਨੇ ਪਰਮੇਸ਼ਵਰ ਦੇ ਵਿਰੋਧੀ ਕੀ ਕੀਤਾ? ਬਗਾਵਤ ਕੀਤੀ, ਉਹਦੀ ਮਰਜ਼ੀ ਨੂੰ ਪੂਰਾ ਕਰਕੇ ਨਾ ਚੱਲੇ। ਫਿਰ ਅੱਗੇ ਪੜ੍ਹੀਏ 17 ਵਚਨ। ਅਤੇ ਉਹ ਕਿੰਨਾਂ ਨਾਲ 40 ਵਰੇ ਗਰੰਜ ਰਿਹਾ, ਭਲਾ ਉਹਨਾਂ ਨਾਲ ਨਹੀਂ ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲੋਥਾਂ ਉਜਾੜ ਵਿੱਚ ਪਈਆਂ ਰਹੀਆਂ। ਪਰਮੇਸ਼ਵਰ ਕਿੰਨਾਂ ਨਾਲ 40 ਸਾਲ ਕੀ ਰਿਹਾ? ਗਰੰਜ। ਗਰੰਜ ਦਾ ਮਤਲਬ ਦੁਖੀ ਰਿਹਾ ਹੈ। ਇਸ ਕਰਕੇ 40 ਸਾਲ ਪਰਮੇਸ਼ਰ ਉਹਨਾਂ ਦੇ ਜੀਵਨ ਤੋਂ ਦੁਖੀ ਰਿਹਾ, ਤੇ ਉਹਨਾਂ ਦੀਆਂ ਲੋਥਾਂ ਕਿੱਥੇ ਪਈਆਂ ਰਹੀਆਂ? ਉਜਾੜ ਦੇ ਵਿੱਚ। ਪੜਾਂਗੇ ਇੱਕ ਵਚਨ ਗਿਣਤੀ ਦੀ ਕਿਤਾਬ 32 ਅਧਿਆਏ ਉਸ ਦਾ 10 ਵਚਨ ਤੋਂ ਪੜ੍ਹੀਏ। ਗਿਣਤੀ 10 ਦਾ 32, 32 ਦਾ 10, ਗਿਣਤੀ 32 ਅਧਿਆਏ ਉਸ ਦਾ 10 ਵਚਨ ਪੜ੍ਹੀਏ। ਤਾਂ ਉਸ ਦਿਨ ਯਹੋਵਾ ਦਾ ਕ੍ਰੋਧ ਭੜਕ ਉੱਠਿਆ ਅਤੇ ਉਸਨੇ ਸਹੁੰ ਖਾ ਕੇ ਆਖਿਆ ਕਿ ਇਹ ਮਨੁੱਖ ਜਿਹੜੇ ਮਿਸਰੋਂ ਆਏ ਹਨ 20 ਵਰਿਆਂ ਦੇ ਅਤੇ ਉਸ ਤੋਂ ਉੱਪਰ ਦੇ ਉਸ ਧਰਤੀ ਨੂੰ ਓਕਾ ਹੀ ਨਾ ਵੇਖਣਗੇ, ਜਿਹਦੀ ਮੈਂ ਅਬਰਾਹਮ, ਇਸਹਾਕ ਅਰ ਯਾਕੂਬ ਨਾਲ ਸਹੁੰ ਖਾਦੀ ਸੀ, ਕਿਉਂ ਜੋ ਉਹ ਮੇਰੇ ਪਿੱਛੇ ਪਿੱਛੇ ਨਾ ਚੱਲੇ। ਯਫੂਨਮ ਕਨੀਜ਼ੀ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੂਆ ਤੋਂ ਛੁੱਟ, ਕਿਉਂ ਜੋ ਉਹ ਯਹੋਵਾ ਦੇ ਪਿੱਛੇ ਪਿੱਛੇ ਚੱਲੇ ਸਨ। ਤਾਂ ਯਹੋਵਾ ਦਾ ਕ੍ਰੋਧ ਇਸਰਾਇਲ ਉੱਤੇ ਭੜਕ ਉੱਠਿਆ ਅਤੇ ਉਸ ਉਹਨਾਂ ਨੂੰ 40 ਵਰੇ ਤੀਕ ਉਜਾੜ ਵਿੱਚ ਪੁਆਇਆ, ਜਦ ਤੀਕ ਸਾਰੀ ਪੀੜ੍ਹੀ ਜਿਹਨੇ ਇਹ ਬੁਰਾਈ ਯਹੋਵਾ ਦੀਆਂ ਅੱਖਾਂ ਵਿੱਚ ਕੀਤੀ ਸੀ ਗਲ ਸੜ ਨਾ ਗਈ। ਪਰਮੇਸ਼ਰ ਨੇ ਕੀ ਕੀਤਾ? ਕਸਮ ਖਾ ਲਈ ਕਿ 20 ਸਾਲ ਦੇ ਤੇ ਇਸ ਤੋਂ ਉੱਪਰ ਜਿੰਨੇ ਆ ਸਭਨਾਂ ਨੂੰ ਕੀ ਕੀਤਾ? ਮਾਰ ਦਿੱਤਾ। ਜਿਨ੍ਹਾਂ ਤੋਂ ਪਰਮੇਸ਼ਰ ਕੀ ਰਿਹਾ? ਦੁਖੀ ਰਿਹਾ। ਉਹਨਾਂ ਨੂੰ ਪਰਮੇਸ਼ਰ ਨੇ ਉਜਾੜ ਚ ਮਾਰ ਦਿੱਤਾ ਹੈ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਆਪ ਅੱਛੀ ਤਰ੍ਹਾਂ ਸਮਝਣਾ। ਹੁਣ ਜਿਹੜੇ ਉਹ ਮਰ ਗਏ ਆ, ਜਿਨ੍ਹਾਂ ਨੇ ਪਰਮੇਸ਼ਰ ਦੇ ਆਤਮਾ ਨੂੰ ਦੁਖੀ ਕੀਤਾ ਆ, ਉਹ ਕਨਾਨ ਦੇਸ਼ ਚ ਨਹੀਂ ਗਏ। ਜੇ ਕਿ ਉਹ ਧਰਤੀ ਤੇ ਹੀ ਕਨਾਨ ਦੇਸ਼ ਸੀ। ਹਾਂਜੀ, ਇਸ ਕਰਕੇ ਸਾਨੂੰ ਪਰਮੇਸ਼ਰ ਦਾ ਵਚਨ ਕੀ ਬੋਲਦਾ ਆ ਕਿ ਅਸੀਂ ਵੀ ਉਹਨਾਂ ਵਾਂਗੂ ਅਣਆਗਿਆਕਾਰੀ ਨਾ ਕਰਕੇ ਚੱਲੀਏ। ਅਸੀਂ ਆਪਣੇ ਜੀਵਨ ਚ ਕੀ ਕਰੀਏ? ਸੁਧਾਰ ਲੈ ਕੇ ਆਈਏ। ਅਸੀਂ ਆਪਣੇ ਆਤਮਿਕ ਜੀਵਨ ਚ ਯਤਨ ਕਰੀਏ ਕਿ ਮੈਂ ਪਰਮੇਸ਼ਰ ਦੇ ਘਰ ਵਿੱਚ, ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਹੈ। ਇਸ ਕਰਕੇ ਪਰਮੇਸ਼ਰ ਦੇ ਵਚਨ ਚ ਪੜ੍ਹਦੇ ਆ ਕਿ ਆਦਮੀ ਲੋਕਾਂ ਦੀ ਗਿਣਤੀ ਕੀਤੀ ਹੀ 6 ਲੱਖ, ਲੇਕਿਨ ਉਹਨਾਂ ਦੀਆਂ ਪਤਨੀਆਂ, ਬੱਚਿਆਂ ਦੀ ਤੇ ਜਿਹੜੀ ਰਲੀ ਮਿਲੀ ਭੀੜ ਸੀਗੀ ਉਹਨਾਂ ਦੀ ਗਿਣਤੀ ਨਹੀਂ ਕੀਤੀ। ਲੇਕਿਨ 32 ਲੱਖ ਲੋਕ ਜਿਹੜੇ ਆ ਉਹ ਬਣ ਜਾਂਦੇ ਆ। 32 ਤੋਂ ਵੱਧ ਹੀ ਆ, ਲੇਕਿਨ ਉਹ ਕੀ ਆ? ਕਨਾਨ ਦੇਸ਼ ਚ 32 ਲੱਖ ਲੋਕਾਂ ਚੋਂ ਦੋ ਜਣੇ ਗਏ, ਯਹੋਸ਼ੂਆ ਤੇ ਕਾਲੇਬ। ਪਰਮੇਸ਼ਰ ਦੇ ਵਚਨ ਚੋਂ ਪੜ੍ਹੀਏ ਤੇ ਵਿਵੇਕ ਦੇ ਯੁੱਗ ਚ ਸਵਰਗ ਚ ਇੱਕ ਹੀ ਵਿਅਕਤੀ ਗਿਆ ਆ। ਉਹ ਕੌਣ ਸੀਗਾ? ਹਨੂਕ। ਪਰਮੇਸ਼ਰ ਉਹਦੇ ਤੋਂ ਕੀ ਹੋਇਆ? ਪ੍ਰਸੰਨ ਹੋਇਆ, ਤੇ ਪਰਮੇਸ਼ਰ ਨੇ ਉਹਨੂੰ ਕੀ ਕੀਤਾ? ਆਪਣੇ ਕੋਲ ਬੁਲਾ ਲਿਆ। ਹਾਂਜੀ, ਉਹਦੇ ਜੀਵਨ ਤੋਂ ਐਸੀ ਇਹ ਗੱਲ ਸਿੱਖ ਸਕਦੇ ਆ। ਉਸ ਵਚਨ ਨੂੰ ਪੜ੍ਹਨਾ, ਇਬਰਾਨੀਆਂ ਦੀ ਪੱਤਰੀ ਉਹਦਾ 11 ਅਧਿਆਏ
5 ਵਚਨ ਤੋਂ ਪੜ੍ਹੀਏ। ਨੀਚਾ ਨਾਲ ਹਨੂਕ ਉਤਾਹਾਂ ਚੁੱਕਿਆ ਗਿਆ, ਭਈ ਮੌਤ ਨਾ ਵੇਖੇ ਅਤੇ ਉਹਦਾ ਪਤਾ ਨਾ ਲੱਗਾ। ਇਸ ਲਈ ਜੋ ਪਰਮੇਸ਼ਰ ਨੇ ਉਹਨੂੰ ਉਤਾਹਾਂ ਚੁੱਕ ਲਿਆ, ਕਿਉਂ ਜੋ ਉਹਦੇ ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਸੀ, ਭਈ ਉਹ ਪਰਮੇਸ਼ਰ ਦੇ ਮਨ ਪਾਉਂਦਾ ਹੈ। ਅਤੇ ਬਸ ਹਿੰਦੀ ਚ ਵੀ ਪੜ੍ਹਨਾ। विश्वास ही से हनूक उठा लिया गया कि मृत्यु को ना देखे और उसका पता नहीं मिला, क्योंकि परमेश्वर ने उसे उठा लिया था और उसके उठाए जाने से पहले उसकी ये गवाही दी गई थी कि उसने परमेश्वर को प्रसन्न किया है। ਉਸਨੇ ਪਰਮੇਸ਼ਰ ਨੂੰ ਪ੍ਰਸੰਨ ਕੀਤਾ। ਇਸ ਕਰਕੇ ਹਨੂਕ ਨੇ ਪਰਮੇਸ਼ਰ ਨੂੰ ਕੀ ਕੀਤਾ? ਪ੍ਰਸੰਨ ਕੀਤਾ ਤੇ ਪਰਮੇਸ਼ਰ ਨੇ ਉਹਨੂੰ ਜਿਉਂਦਾ ਹੀ ਕੀ ਕਰ ਲਿਆ? ਉਠਾ ਲਿਆ। ਇਸ ਵਚਨ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਕਿ ਅਸੀਂ ਆਪਣੇ ਜੀਵਨ 'ਚ ਪਰਮੇਸ਼ਰ ਨੂੰ ਪ੍ਰਸੰਨ ਕਰਾਂਗੇ ਤੇ ਅਸੀਂ ਯੀਸ਼ੂ ਬਦਲਾਂ ਦੇ ਉੱਤੇ ਆਏਗਾ ਤੇ ਉਹਦੇ ਸਾਥ ਅਸੀਂ ਵੀ ਉਠਾਏ ਜਾਵਾਂਗੇ। ਇਸ ਕਰਕੇ ਜਿਹੜਾ ਵਿਅਕਤੀ ਪਰਮੇਸ਼ਰ ਦੇ ਵਿੱਚ ਯਤਨ ਨਹੀਂ ਕਰਦਾ, ਆਪਣੇ ਜੀਵਨ 'ਚ ਸੁਧਾਰ ਨਹੀਂ ਕਰਦਾ, ਉਹ ਵਿਅਕਤੀ ਜਿਹੜਾ ਆ ਇਸਰਾਏਲੀ ਲੋਕਾਂ ਦੀ ਤਰ੍ਹਾਂ ਰਸਤੇ 'ਚ ਕੀ ਹੋ ਜਾਏਗਾ? ਖਤਮ। ਅਸੀਂ ਹੁਣ ਇੱਕ ਸਫ਼ਰ ਆ ਸਾਡਾ, ਇਸ ਸੰਸਾਰ 'ਚ ਜਿਹੜਾ ਚੱਲਣ ਦੇ ਸਾਡਾ ਇੱਕ ਸਫ਼ਰ ਆ। ਇਸ ਕਰਕੇ ਜੋ ਵਿਅਕਤੀ ਪਰਮੇਸ਼ਰ ਦੇ ਵਚਨ ਨੂੰ ਸਮਝ ਕੇ ਚੱਲੇਗਾ, ਉਹ ਵਿਅਕਤੀ ਕੀ ਕਰੇਗਾ? ਆਪਣੇ ਪਰਮੇਸ਼ਰ ਨੂੰ ਪ੍ਰਸੰਨ ਕਰੇਗਾ। ਇਸ ਕਰਕੇ ਵਿਵੇਕ ਦੇ ਯੁੱਗ 'ਚ ਅਸੀਂ ਦੇਖਦੇ ਹਾਂ ਕਿ ਇੱਕ ਹੀ ਵਿਅਕਤੀ ਨੂੰ, ਤੇ ਵਿਵਸਥਾ ਦੇ ਯੁੱਗ 'ਚ 2 ਜਣੇ ਜਿਹੜੇ ਕੀ ਆ ਕਨਾਨ ਦੇਸ਼ 'ਚ ਗਏ ਆ। ਇਸ ਕਰਕੇ ਅਸੀਂ ਆਪਣੇ ਜੀਵਨ 'ਚ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਾਂਗੇ ਤੇ ਅਸੀਂ ਪਰਮੇਸ਼ਰ ਦੇ ਰਾਜ 'ਚ ਪ੍ਰਵੇਸ਼ ਕਰਾਂਗੇ। ਉਹ ਵੀ ਜਿਉਂਦੇ ਜੀ ਸਾਨੂੰ ਵਿਸ਼ਵਾਸ ਹੋਏਗਾ। ਇਸ ਕਰਕੇ ਪਰਮੇਸ਼ਰ ਦੇ ਵਚਨ 'ਚੋਂ ਫਿਰ ਪੜਾਂਗੇ, ਇਸਰਾਏਲੀ ਲੋਕਾਂ ਨੇ ਪਰਮੇਸ਼ਰ ਨੂੰ ਦੁਖੀ ਕੀਤਾ ਤੇ ਉਹਨਾਂ ਨੂੰ ਪਰਮੇਸ਼ਰ ਨੇ ਖਤਮ ਕਰ ਦਿੱਤਾ। ਉਤਪਤੀ ਬੰਦ ਕਰਨਾ। ਉਹਦਾ 6 ਅਧਿਆਇ ਦਾ 5 ਵਚਨ। ਫਿਰ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬੁਰਾਈ ਧਰਤੀ ਉੱਤੇ ਵੱਧ ਗਈ ਔਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ। ਤਾਂ ਯਹੋਵਾ ਨੂੰ ਆਦਮੀ ਦੇ ਧਰਤੀ ਉੱਤੇ ਬਣਾਉਣ ਤੋਂ ਰੰਜ ਹੋਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ। ਤਦ ਯਹੋਵਾ ਨੇ ਆਖਿਆ, ਮੈਂ ਆਦਮੀ ਨੂੰ ਜਿਹਨੂੰ ਮੈਂ ਉਤਪਤ ਕੀਤਾ ਹਾਂ, ਆਦਮੀ ਨੂੰ, ਡੰਗਰ ਨੂੰ, ਕਿਸਰਣ ਵਾਲੇ ਨੂੰ ਔਰ ਆਕਾਸ਼ ਦੇ ਪੰਛੀ ਨੂੰ ਵੀ ਜ਼ਮੀਨ ਦੇ ਉੱਤੋਂ ਮਿਟਾ ਦਿਆਂਗਾ, ਕਿਉਂ ਜੋ ਮੈਨੂੰ ਉਹਨਾਂ ਦੇ ਬਣਾਉਣ ਤੋਂ ਰੰਜ ਹੋਇਆ ਹੈ। ਪਰ ਨੂਹ ਉੱਤੇ ਯਹੋਵਾ ਦੀ ਕਿਰਪਾ ਦੀ ਨਿਗਾਹ ਹੋਈ। ਇੱਧਰ ਪਰਮੇਸ਼ਰ ਦੇ ਵਚਨ 'ਚ ਪੜ੍ਹਦੇ ਆ ਕਿ ਪਰਮੇਸ਼ਰ ਸਵਰਗ ਤੋਂ ਦੇਖ ਰਿਹਾ ਆ। ਤੋ ਪਰਮੇਸ਼ਰ ਦੇ ਵਚਨ 'ਚ ਪੜ੍ਹਦੇ ਸਵਰਗ ਤੋਂ ਪਰਮੇਸ਼ਰ ਦੇਖ ਰਿਹਾ ਤੇ ਮਨੁੱਖ ਦੀ ਬੁਰਾਈ ਕੀ ਆ? ਵੱਧ ਗਈ। ਉਹਦੀ ਹਰ ਇੱਕ ਭਾਵਨਾ ਜਿਹੜੀ ਕੀ ਰਹਿੰਦੀ ਆ? ਬੁਰੀ ਰਹਿੰਦੀ ਆ। ਤੋ ਪਰਮੇਸ਼ਰ ਨੇ ਵੇਖਿਆ ਕਿ ਮੈਂ ਆਦਮੀ ਨੂੰ ਬਣਾਇਆ ਪਰ ਉਹਦੇ ਤੋਂ ਪਛਤਾਇਆ। ਕਿਉਂ ਪਛਤਾਇਆ? ਕਿ ਉਹਦੀ ਸਾਰਾ ਦਿਨ ਭਾਵਨਾ ਕੀ ਆ? ਬੁਰੀ ਰਹਿੰਦੀ ਆ। ਹੈ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਕੇ ਨਹੀਂ ਚੱਲ ਰਿਹਾ। ਤੋ ਪਰਮੇਸ਼ਰ ਨੇ ਨੂਹਾਂ ਦੇ ਉੱਤੇ ਕਿਰਪਾ ਹੋਈ ਕਿ ਤੂੰ ਕੀ ਕਰ, ਇੱਕ ਕਿਸ਼ਤੀ ਤਿਆਰ ਕਰ, 3 ਮੰਜ਼ਲੀ ਕਿਸ਼ਤੀ ਬਣਾ, ਉਹਦੇ ਵਿੱਚ ਜੋੜਾ ਜੋੜਾ ਤੂੰ ਵਾਰ ਦੇ। ਤੋ ਨੂਹਾਂ ਕਿਸ਼ਤੀ ਬਣਾਈ ਔਰ ਪਰਮੇਸ਼ਰ ਦੇ ਵਚਨ ਚੋਂ ਫਿਰ ਪੜਾਂਗੇ 7 ਅਧਿਆਏ, ਉਤਪਤੀ 7 ਅਧਿਆਏ ਦਾ 18 ਵਚਨ ਤੋਂ ਪੜਨਾ। ਫਿਰ ਪਾਣੀ ਹੀ ਪਾਣੀ ਹੋ ਗਿਆ ਅਤੇ ਉਹ ਧਰਤੀ ਉੱਤੇ ਬਹੁਤ ਹੀ ਵੱਧ ਗਿਆ, ਪਰ ਕਿਸ਼ਤੀ ਪਾਣੀ ਦੇ ਉੱਤੇ ਤਰਦੀ ਪਈ ਸੀ
ਅਤੇ ਧਰਤੀ ਦੇ ਉੱਤੇ ਪਾਣੀ ਹੀ ਪਾਣੀ, ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ ਉੱਚੇ ਪਹਾੜ ਜੋ ਸਾਰੇ ਆਕਾਸ਼ ਦੇ ਹੇਠ ਸਨ ਢੱਕੇ ਗਏ। ਉਹਨਾਂ ਤੋਂ 15 ਹੱਥ ਉੱਚਾ ਪਾਣੀ ਹੀ ਪਾਣੀ ਹੋ ਗਿਆ ਅਤੇ ਪਹਾੜ ਢੱਕੇ ਗਏ। ਹਾਂ ਸੋ ਸਰਬੱਤ ਸਰੀਰ ਜਿਹੜੇ ਧਰਤੀ ਉੱਤੇ ਚੱਲਦੇ ਸਨ ਮਰ ਗਏ, ਕਿ ਪੰਛੀ ਕੀ ਡੰਗਰ, ਨਾਲੇ ਜੰਗਲੀ ਜਾਨਵਰ ਅਤੇ ਸਾਰੇ ਜੀਵ ਜੰਤੂ ਜਿਨ੍ਹਾਂ ਨਾਲ ਧਰਤੀ ਭਰੀ ਹੋਈ ਸੀ, ਅਤੇ ਸਾਰੇ ਆਦਮੀ ਵੀ। ਹਾਂ ਪਰਮੇਸ਼ਰ ਨੇ ਕੀ ਕੀਤਾ? ਸਭ ਨੂੰ ਕੀ ਕਰ ਦਿੱਤਾ? ਖਤਮ ਕਰ ਦਿੱਤਾ। ਕਾਰਨ ਕਿ ਪਰਮੇਸ਼ਰ ਮਨੁੱਖ ਨੂੰ ਬਣਾਉਣ ਤੇ ਕੀ ਹੋਇਆ? ਪਛਤਾਇਆ, ਦੁਖੀ ਹੋਇਆ ਹੈ। ਅੱਜ ਅਸੀਂ ਵੀ ਆਪਣੇ ਜੀਵਨ ਦੇ ਉੱਤੇ ਗੌਰ ਕਰੀਏ, ਜੇ ਅਸੀਂ ਉਹਦੀ ਮਰਜ਼ੀ ਨੂੰ ਪੂਰਾ ਕਰਕੇ ਨਹੀਂ ਚੱਲਦੇ, ਉਹਦੀ ਸੱਚਾਈ ਨੂੰ ਜਾਣ ਕੇ ਵੀ ਅਸੀਂ ਯਤਨ ਨਹੀਂ ਕਰਦੇ ਉਹਦੀ ਮਰਜ਼ੀ ਨੂੰ ਪੂਰਾ ਕਰਨ 'ਚ, ਹੈ ਕਿ ਉਹ ਸਾਡੇ ਤੋਂ ਵੀ ਕੀ ਅੱਜ ਦੁਖੀ ਹੈ। ਪ੍ਰਭੂ ਯਿਸੂ ਮਸੀਹ ਸਵਰਗ ਛੱਡ ਕੇ ਪ੍ਰਿਥਵੀ ਦੇ ਉੱਪਰ ਆਏ ਔਰ ਮਨੁੱਖ ਦੇ ਪਾਪ ਦੀ ਕੀਮਤ ਸਲੀਬ ਦੇ ਉੱਪਰ ਦੇ ਦਿੱਤੀ ਹੈ। ਔਰ ਅੱਜ ਅਸੀਂ ਉਹਦੀ ਮਰਜ਼ੀ ਨੂੰ ਪੂਰਾ ਨਾ ਕਰਕੇ ਚੱਲੀਏ ਤੇ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਸਾਡੇ ਤੋਂ ਕੀ ਆ? ਦੁਖੀ ਹੈ, ਪਛਤਾਉਂਦਾ ਹੈ ਕਿ ਮਨੁੱਖ ਕੀ ਕਰ ਰਿਹਾ ਆ? ਆਪਣੀ ਮਰਜ਼ੀ ਦੇ ਅਨੁਸਾਰ ਸੰਸਾਰ 'ਚ ਚੱਲ ਰਿਹਾ ਹੈ। ਇਸ ਕਰਕੇ ਫਿਰ ਪਰਮੇਸ਼ਰ ਦੇ ਵਚਨ 'ਚੋਂ ਪੜਾਂਗੇ ਅੱਜ ਵਰਤਮਾਨ ਯੁੱਗ 'ਚ ਮਨੁੱਖ ਕੀ ਕਰ ਰਿਹਾ ਆ। ਪੜ੍ਹੀਏ ਪਰਮੇਸ਼ਰ ਦੇ ਵਚਨ 'ਚੋਂ ਇਬਰਾਨੀਆਂ ਦੀ ਪੱਤਰੀ 6 ਅਧਿਆਏ ਦਾ 4 ਵਚਨ ਤੋਂ ਪੜ੍ਹੀਏ। ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਾਲੇ ਕੀਤੇ ਗਏ, ਉਹ ਜਿਹੜੇ ਇੱਕ ਵਾਰੀ ਉਜਾਲੇ ਕੀਤੇ ਗਏ ਅਤੇ ਸਵਰਗੀ ਦਾਨ ਦਾ ਸਵਾਦ ਚਖਿਆ, ਸਵਰਗੀ ਵਸਤੂਆਂ ਦਾ, ਸਵਰਗੀ ਵਰਦਾਨਾਂ ਦਾ ਸਵਾਦ ਚਖਿਆ, ਅਤੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ, ਪਵਿੱਤਰ ਆਤਮਾ ਵੀ ਪਾਇਆ, ਅਤੇ ਪਰਮੇਸ਼ਰ ਦੇ ਸ਼ੁਭ ਵਚਨ ਅਤੇ ਆਉਣ ਵਾਲੇ ਯੁੱਗ ਦੀਆਂ ਸ਼ਕਤੀਆਂ ਦਾ ਸਵਾਦ ਚਖਿਆ, ਅਤੇ ਮਗਰੋਂ ਬੇਮੁਖ ਹੋ ਗਏ, ਤਾਂ ਉਹਨਾਂ ਤੋਂ ਫਿਰ ਨਵੇਂ ਸਿਰਿਓਂ ਤੌਬਾ ਕਰਾਉਣੀ ਅਣਹੋਣੀ ਹੈ। ਇਸ ਲਈ ਜੋ ਉਹ ਪਰਮੇਸ਼ਰ ਦੇ ਪੁੱਤਰ ਨੂੰ ਆਪਣੀ ਵੱਲੋਂ ਦੂਜੀ ਵਾਰ ਸਲੀਬ ਉੱਤੇ ਚਾੜਦੇ ਅਤੇ ਸਰੀਹਨ ਬੇਪਤ ਕਰਦੇ ਹਨ। हिंदी च भी पढ़ना। क्योंकि जिन्होंने एक बार ज्योति पाई और जो स्वर्गीय वरदान का स्वाद चख चुके हैं और पवित्र आत्मा के बागी हो गए हैं और परमेश्वर के उत्तम वचन का और आने वाले युग की सामर्थ्य का स्वाद चख चुके हैं, यदि वे भटक जाएं तो उन्हें मन फिराव के लिए फिर नया बनना अनहोना है, क्योंकि वे परमेश्वर के पुत्र को अपने लिए फिर क्रूस पर चढ़ाते हैं और प्रगट में उस पर कलंक लगाते हैं। तो परमेश्वर के वचन नूं आप अच्छी तरह समझना। अज भी मनुख की कर रहा? तौबा करके बपतिस्मा लैके पवित्र आत्मा पा के स्वर्गी वरदाना दा स्वाद चख के की कीता उन्हें है। परमेश्वर दे पुत्र नूं की कर रहा? अपनी वल्लों दूजी वार सलीब उत्ते चाड़ दे अते सरीन बेपत करते ने है, क्योंकि वो की नहीं कर रहे है। वचन च लिखा उन्होंने दोबारा तौबा करवानी की आ अणहोनी है। हाँ जी, उन्होंने दोबारा विश्वास च लियाना अणहोना है। एक नवे व्यक्ति नूं विश्वास च लियाना आसान है, पर जिस व्यक्ति ने तौबा की, बपतिस्मा लिया, पवित्र आत्मा पाया, उसनूं दोबारा विश्वास च लियाना की आ बड़ा औखा है।
ਹਾਂਜੀ ਕਿਉਂਕਿ ਉਹ ਵਿਅਕਤੀ ਪੂਰਾ ਕੀ ਹੋ ਚੁੱਕਾ ਆ, ਉਹ ਸੰਸਾਰ 'ਚ ਚਲੇ ਗਿਆ। ਹੁਣ ਉਹ ਸਚਾਈ ਨੂੰ ਜਾਣਦਾ ਆ, ਪਰ ਨਾਮ ਦੇ ਲਈ ਕੀ ਕਰਦਾ ਆ, ਉਹ ਇੱਕ ਸੰਗਤੀ ਕਰਦਾ ਆ, ਨਾਮ ਦੇ ਲਈ ਉਹ ਪ੍ਰਾਰਥਨਾ ਕਰਦਾ ਆ, ਪਰ ਉਹ ਆਪਣੇ ਜੀਵਨ 'ਚ ਕੋਈ ਸੁਧਾਰ ਨਹੀਂ ਲੈ ਕੇ ਆਉਂਦਾ। ਇਸ ਕਰਕੇ ਪਰਮੇਸ਼ਰ ਦੇ ਬਚਨ 'ਚ ਲਿਖਿਆ, ਉਹਨਾਂ ਨੂੰ ਦੁਬਾਰਾ ਤੌਬਾ ਕਰਵਾਉਣੀ, ਵਿਸ਼ਵਾਸ 'ਚ ਲੈ ਕੇ ਆਉਣਾ ਅਣਹੋਣਾ ਹੈ। ਇਸ ਕਰਕੇ ਇਸਰਾਏਲੀ ਲੋਕ ਹੀ ਅਣਆਗਿਆਕਾਰੀ ਨਹੀਂ ਕਰਕੇ ਚੱਲਦੇ ਸੀ। ਅੱਜ ਵਰਤਮਾਨ ਯੁੱਗ 'ਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕੀ ਆ, ਤੌਬਾ ਕਰਕੇ ਬਪਤਿਸਮਾ ਲੈ ਕੇ ਪਵਿੱਤਰ ਆਤਮਾ ਪਾ ਕੇ ਫਿਰ ਉਹ ਸੰਸਾਰ 'ਚ ਚਲੇ ਗਏ ਔਰ ਉਹਨਾਂ ਨੂੰ ਦੁਬਾਰਾ ਵਿਸ਼ਵਾਸ 'ਚ ਲੈ ਕੇ ਆਉਣਾ ਅਣਹੋਣਾ ਹੈ, ਮੁਸ਼ਕਲ ਹੈ। ਇਸ ਕਰਕੇ ਉਹ ਸੱਚਾਈ ਨੂੰ ਜਾਣਦੇ ਆ, ਨਾਮ ਦੇ ਲਈ ਕੀ ਕਰ ਰਹੇ ਆ, ਇੱਕ ਸੰਗਤੀ ਕਰ ਰਹੇ ਆ ਵੀ ਕੋਈ ਸਜ਼ਾ ਨਾ ਆ ਜਾਏ, ਕੋਈ ਸ਼ਰਾਬ, ਪਰਮੇਸ਼ਰ ਦਾ ਸ਼ਰਾਬ ਨਾ ਪੈ ਜਾਏ, ਜਾਂ ਪਾਸਟਰ ਸਾਡੇ ਘਰ ਆਉਣਾ ਬੰਦ ਕਰ ਦੇਗਾ, ਹਾਂਜੀ ਕਿਤੇ ਅਸੀਂ ਨਰਕ 'ਚ ਨਾ ਚਲੇ ਜਾਈਏ। ਉਹ ਤੋਂ ਪੱਕਾ ਆ ਕਿ ਜਦੋਂ ਇੱਕ ਵਿਅਕਤੀ ਵਚਨ ਨੂੰ ਸਮਝ ਕੇ ਚੱਲਦਾ ਹੀ ਨਹੀਂ ਆ, ਗਲਤੀ ਆਉਣਾ ਬੜੀ ਗੱਲ ਨਹੀਂ ਆ, ਪਰ ਗਲਤੀ ਦਾ ਸੁਧਾਰ ਕਰਨਾ ਕੀ ਆ, ਇਹ ਆ ਬੜੀ ਗੱਲ। ਇਸ ਕਰਕੇ ਐਸੇ ਲੋਕਾਂ ਦੇ ਲਈ ਪਰਮੇਸ਼ਰ ਦੇ ਵਚਨ 'ਚ ਕੀ ਲਿਖਿਆ, ਪੜ੍ਹੀਏ ਇਬਰਾਨੀਆਂ ਦੀ ਪੱਤਰੀ 10 ਅਧਿਆਏ ਉਸਦਾ 26 ਵਚਨ ਤੋਂ ਪੜ੍ਹੀਏ। ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ, ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ, ਤਾਂ ਪਾਪਾਂ ਦੇ ਨਿਮਿਤ ਫਿਰ ਕੋਈ ਬਲੀਦਾਨ ਨਹੀਂ। ਪਾਪਾਂ ਦੇ ਨਿਮਿਤ ਫਿਰ ਕੋਈ ਬਲੀਦਾਨ ਹੈ ਹੀ ਨਹੀਂ ਹੈ। ਫਿਰ ਕੀ ਅੱਗੇ, ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ, ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। ਬਸ ਉਹਦੇ ਲਈ ਕੀ ਆ, ਨਰਕ ਦੀ ਅੱਗ ਜਿਹੜੀ ਉਹਨੂੰ ਕੀ ਕਰੇਗੀ, ਵਿਰੋਧੀ ਬਣ ਕੇ ਚੱਲ ਰਿਹਾ ਹੈ। ਜਿਸ ਤਰ੍ਹਾਂ ਇਸਰਾਏਲੀ ਲੋਕ ਬਲਵਾ ਕਰਕੇ ਚੱਲਦੇ ਸੀ, ਅੱਜ ਵਰਤਮਾਨ ਯੁੱਗ 'ਚ ਵੀ ਬਹੁਤ ਸਾਰੇ ਲੋਕ ਕੀ ਕਰ ਰਹੇ ਆ, ਪਰਮੇਸ਼ਰ ਦਾ ਵਿਰੋਧ ਕਰਕੇ ਚੱਲ ਰਹੇ ਆ। ਇਸ ਕਰਕੇ ਲਿਖਿਆ, ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ, ਤਾਂ ਪਾਪਾਂ ਦੇ ਨਿਮਿਤ ਫੇਰ ਕੋਈ ਬਲੀਦਾਨ ਨਹੀਂ, ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ, ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। ਵਿਰੋਧੀ ਕੌਣ ਹੈ? ਸ਼ੈਤਾਨ ਨਹੀਂ ਆ, ਵਿਰੋਧੀ ਅਸੀਂ ਆ ਜਿਹੜੇ ਅਸੀਂ ਉਹਦੀ ਮਰਜ਼ੀ ਨੂੰ ਪੂਰਾ ਕਰਕੇ ਚੱਲਦੇ ਨਹੀਂ ਆ। ਇਸ ਕਰਕੇ ਉਹ ਵਿਅਕਤੀ ਜਿਹੜਾ ਆ, ਉਹ ਇਹ ਮਤ ਸੋਚੇ ਕਿ ਮੈਂ ਇਸ ਸੰਸਾਰ ਛੱਡਣ ਤੋਂ ਬਾਅਦ ਸਵਰਗ 'ਚ ਚਲੇ ਜਾਗਾ, ਕਿਉਂਕਿ ਉਹਦੇ ਲਈ ਕੀ ਆ, ਨਰਕ ਇੰਤਜ਼ਾਰ ਕਰ ਰਿਹਾ। ਕਿਉਂ ਨਰਕ ਉਹਦੇ ਲਈ ਇੰਤਜ਼ਾਰ ਕਰ ਰਿਹਾ ਆ? ਕਿਉਂਕਿ ਉਹ ਵਿਰੋਧੀ ਬਣ ਕੇ ਚੱਲ ਰਿਹਾ ਆ। ਜਿੰਨਾ ਇੱਕ ਵਿਅਕਤੀ ਵਚਨ ਸੁਣੇਗਾ ਹੈ, ਉਹ ਪ੍ਰਭੂ 'ਚ ਵਧੇਗਾ, ਪਰ ਅਸੀਂ ਪ੍ਰਭੂ 'ਚ ਵਧਦੇ ਹੀ ਨਹੀਂ ਹੈ। ਅਸੀਂ ਆਪਣੇ ਜੀਵਨ 'ਚ ਕੋਈ ਸੁਧਾਰ ਨਹੀਂ ਲੈ ਕੇ ਆ ਰਹੇ। ਇਸ ਕਰਕੇ ਅਸੀਂ ਪਰਮੇਸ਼ਰ ਦਾ ਵਿਰੋਧ ਕਰਕੇ ਚੱਲ ਰਹੇ ਹਾਂ। ਦੁਬਾਰਾ ਪੜ੍ਹੀਏ ਹੁਣ ਇਬਰਾਨੀਆਂ ਦੀ ਪੱਤਰੀ 3 ਅਧਿਆਏ ਦਾ 16 ਵਚਨ। ਉਹ ਕਿਹੜੇ ਸਨ ਜਿਨ੍ਹਾਂ ਸੁਣ ਕੇ ਬਗਾਵਤ ਕੀਤੀ, ਭਲਾ ਉਹਨਾਂ ਸਭਨਾਂ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿਕਲ ਆਏ ਸਨ, ਅਤੇ ਉਹ ਕਿਹਨਾਂ ਨਾਲ 40 ਵਰੇ ਗਰੰਜ ਰਿਹਾ, ਭਲਾ ਉਹਨਾਂ ਨਾਲ ਨਹੀਂ ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲੋਥਾਂ ਉਜਾੜ ਵਿੱਚ ਪਈਆਂ ਰਹੀਆਂ, ਅਤੇ ਕਿਹਨਾਂ ਨੂੰ ਉਸਨੇ ਸਹੁੰ ਖਾ ਕੇ ਆਖਿਆ ਭਈ ਉਹ ਮੇਰੇ ਰਾਹ ਵਿੱਚ ਨਾ ਵੜਨਗੇ, ਪਰ ਉਹਨਾਂ ਨੂੰ ਜਿਹੜੇ ਅਣਆਗਿਆਕਾਰ ਸਨ। ਕਿਹਨਾਂ ਦੇ ਲਈ ਕਸਮ ਖਾਧੀ? ਜਿਹੜੇ ਕੀ ਸੀ, ਅਣਆਗਿਆਕਾਰੀ ਕਰਕੇ ਚੱਲਦੇ ਸੀ।
ਆਗਿਆ ਮੰਨਣ ਦੀ ਜਗ੍ਹਾ ਅਣਆਗਿਆਕਾਰੀ ਕਰਕੇ ਚੱਲਦੇ ਸੀ। ਇਸ ਕਰਕੇ ਪਰਮੇਸ਼ਰ ਦੇ ਵਚਨ 'ਚ ਲਿਖਿਆ, ਪਰਮੇਸ਼ਰ ਨੇ ਕੀ ਖਾ ਲਈ? ਕਸਮ ਖਾ ਲਈ ਕਿ ਇਹ ਮੇਰੇ ਆਰਾਮ 'ਚ ਕਦੇ ਨਾ ਵੜਨਗੇ। ਹੈਂ? ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਵਿਰੁੱਧ ਕੀ ਕੀਤਾ? ਪਾਪ ਕੀਤਾ ਹੈ, ਅਣਆਗਿਆਕਾਰੀ ਕੀਤੀ ਆ। ਦੁਨੀਆ 'ਚ ਸਭ ਤੋਂ ਬੜਾ ਪਾਪ ਆ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਨਾ ਚੱਲਣਾ। ਚਲਦੇ ਚਲਦੇ ਸਾਡੇ ਜੀਵਨ 'ਚ ਗਲਤੀ ਆ ਜਾਏਗੀ ਤੇ ਪ੍ਰਭੂ ਮਾਫ ਕਰ ਦੇਗਾ। ਪਰ ਜਿਹੜਾ ਕੀ ਆ, ਪਾਪ ਕਰਕੇ, ਅਣਆਗਿਆਕਾਰੀ ਕਰਕੇ, ਬਲਵਾ ਕਰਕੇ ਚੱਲ ਰਿਹਾ ਆ, ਉਹਦੇ ਵਿਸ਼ੇ 'ਚ ਪਰਮੇਸ਼ਰ ਨੇ ਕਸਮ ਖਾ ਲਈ ਇਸਰਾਏਲੀ ਲੋਕਾਂ ਲਈ ਕਿ ਤੁਸੀਂ ਮੇਰੇ ਆਰਾਮ 'ਚ ਨਹੀਂ ਵੜੋਗੇ। ਇਸ ਕਰਕੇ ਉਹਨਾਂ ਨੇ ਪਰਮੇਸ਼ਰ ਦੇ ਰਾਜ ਦੇ ਅੰਦਰ ਪ੍ਰਵੇਸ਼ ਕਰਨ ਦੇ ਲਈ ਕੀ ਨਹੀਂ ਕੀਤਾ? ਕੋਈ ਯਤਨ ਨਹੀਂ ਕੀਤਾ। ਇਸ ਕਰਕੇ 19 ਵਚਨ ਪੜ੍ਹੀਏ। ਅਸੀਂ ਇਹ ਵੇਖਦੇ ਹਾਂ ਜੋ ਬੇਪਰਤੀਤੀ ਦੇ ਕਾਰਨ ਉਸ ਵਿੱਚ ਵੜ ਨਾ ਸਕੇ। ਹਾਂ, ਉਹ ਬੇਪਰਤੀਤੇ ਸੀਗੇ, ਉਹ ਪ੍ਰਤੀਤ ਨਹੀਂ ਸੀ ਕਰਦੇ। ਅੱਜ ਸਾਡੇ ਵਿੱਚੋਂ ਵੀ ਬਹੁਤ ਸਾਰੇ ਆ ਜਿਹੜੇ ਕੀ ਨਹੀਂ ਕਰਦੇ? ਪ੍ਰਤੀਤ ਹੀ ਨਹੀਂ ਕਰਦੇ, ਵਿਸ਼ਵਾਸ ਹੀ ਨਹੀਂ ਕਰਦੇ। ਇਹ ਕਹਿੰਦੇ ਆ ਪ੍ਰਭੂ ਮੈਂ ਵਿਸ਼ਵਾਸ ਕਰਦਾ ਆ, ਤੂੰ ਪਰਮੇਸ਼ਵਰ ਆ। ਅਸਮਾਨ ਦੇ ਥੱਲੇ ਪ੍ਰਿਥਵੀ ਦੇ ਉੱਪਰ ਕੋਈ ਦੂਸਰਾ ਨਾਮ ਹੈ ਹੀ ਨਹੀਂ ਆ ਜਿਹਦੇ ਦੁਆਰਾ ਮਨੁੱਖ ਦੀ ਮੁਕਤੀ ਹੋਣੀ ਆ। ਇਹ ਅਸੀਂ ਜਾਣਦੇ ਆ, ਪਰ ਅਸੀਂ ਕੀ ਆ? ਵਿਸ਼ਵਾਸ ਨਹੀਂ ਕਰਦੇ ਕਿ ਮੈਂ ਉਹਦੀ ਮਰਜ਼ੀ ਨੂੰ ਪੂਰਾ ਕਰਕੇ ਚੱਲਾਂਗਾ ਤੇ ਮੈਂ ਉਹਦੇ ਰਾਜ 'ਚ ਪ੍ਰਵੇਸ਼ ਕਰਾਂਗਾ। ਇਸ ਕਰਕੇ ਅੱਜ ਮਨੁੱਖ ਜਿਹੜਾ ਆ ਉਹ ਪਰਮੇਸ਼ਰ ਦੇ ਵਿਰੁੱਧ ਪਾਪ ਕਰਕੇ ਚੱਲ ਰਿਹਾ। ਇੱਕ ਵਿਅਕਤੀ ਨੂੰ ਇੱਕ ਛੋਟਾ ਜਿਹਾ ਪੌਦਾ ਜ਼ਮੀਨ 'ਚ ਲਾ ਦਈਏ ਨਾ, ਤੇ ਉਹ ਦਿਨ ਪ੍ਰਤੀ ਦਿਨ ਕੀ ਕਰਦਾ ਆ? ਉਹਦੀਆਂ ਨਵੀਆਂ ਨਵੀਆਂ ਕਰੂੰਬਲੀਆਂ ਨਿਕਲਦੀਆਂ ਨੇ, ਉਹਦੇ ਨਵੇਂ ਨਵੇਂ ਪੱਤੇ ਨਿਕਲਦੇ ਆ, ਉਹਦੀਆਂ ਨਵੀਆਂ ਟਹਿਣੀਆਂ ਨਿਕਲਦੀਆਂ ਨੇ, ਉਹ ਆਪਣੇ ਆਕਾਰ 'ਚ ਵੱਧਦਾ ਆ। ਪਰ ਅਸੀਂ ਪਰਮੇਸ਼ਰ ਦਾ ਵਚਨ ਸੁਣ ਕੇ ਸਾਡੇ ਜੀਵਨ 'ਚ ਕੋਈ ਪਰਿਵਰਤਨ ਨਹੀਂ ਆ ਰਿਹਾ ਹੈ, ਤੇ ਅਸੀਂ ਵੀ ਕੀ ਆ? ਪਰਮੇਸ਼ਰ ਦੇ ਰਾਜ ਦੇ ਅੰਦਰ ਪ੍ਰਵੇਸ਼ ਨਹੀਂ ਕਰਾਂਗੇ। ਕਿਉਂਕਿ ਜੋ ਵਚਨ 'ਚ ਪੜਿਆ, ਅਸੀਂ ਇਹ ਵੇਖਦੇ ਹਾਂ ਜੋ ਉਹ ਬੇਪਰਤੀਤੀ ਦੇ ਕਾਰਨ ਉਸ ਵਿੱਚ ਵੜ ਨਾ ਸਕੇ। ਹੁਣ ਸਵਰਗ 'ਚ ਇੱਕ ਵਿਅਕਤੀ ਨੇ ਜਾਣਾ ਆ, ਤੇ ਉਹਨੂੰ ਸਭ ਤੋਂ ਪਹਿਲਾਂ ਵਿਸ਼ਵਾਸ ਕਾਹਦੇ ਤੇ ਕਰਨਾ? ਕੀ ਉਹਨੇ ਪ੍ਰਮਾਣ ਦੇਣਾ ਆ? ਜਦੋਂ ਜੀਵਨ 'ਚ ਕੀ ਆ? ਦੁੱਖ ਆਏਗਾ, ਕਸ਼ਟ ਆਏਗਾ, बीमारी आएगी, समस्या आएगी, परेशानी आएगी, गरीबी आएगी, निंदा आएगी, बदनामी आएगी, परेशानी आएगी, इन्ना चाहिए किया विश्वास करके चलना, प्रमाण दे के चलना है, क्योंकि मैं परमेश्वर के राज च प्रवेश करांगा। ਅੱਜ ਵਰਤਮਾਨ ਯੁੱਗ 'ਚ ਪ੍ਰਭੂ ਯਿਸੂ ਨੇ ਵਚਨ 'ਚ ਲਿਖ ਕੇ ਵੀ ਦਿੱਤਾ ਆ। ਪੜ੍ਹੀਏ ਮੱਤੀ ਦੀ ਅੰਜੀਲ, ਜਿਹਦੀ ਜ਼ਿੰਦਗੀ 'ਚ ਕੁਝ ਨਹੀਂ ਆ ਉਹ ਪਰਮੇਸ਼ਰ ਦੇ ਰਾਜ ਦੇ ਵਾਰਿਸ ਨਹੀਂ ਬਣੇਗਾ। ਮੱਤੀ 5 ਅਧਿਆਇ ਦਾ 10 ਵਚਨ, 10 ਤੇ 11 ਵਚਨ ਪੜ੍ਹੀਏ। ਤਨ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ, ਉਹ ਜਿਹੜੇ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਰਨ ਸਤਾਏ ਗਏ ਹਨ, ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ। ਸਵਰਗ ਦਾ ਰਾਜ ਕੀ ਆ? ਉਹਨਾਂ ਦਾ ਹੈ। हिंदी च पढ़ना। धन्य है वे जो धार्मिकता के कारण सताए जाते हैं। थोड़ी आवाज नहीं है कि तेरे मुंह च जानने है कि तेरे अंदर थोड़ा उसकी बोल। धन्य है वे जो धार्मिकता के कारण सताए जाते हैं, क्योंकि स्वर्ग का राज उन्हीं का है। हाँ।
ਧੰਨ ਉਹ ਜਿਹੜੇ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਰਨ ਕੀ ਆ? ਸਤਾਏ ਜਾਣਗੇ, ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ ਹੀ ਆ। ਕੌਣ ਬੋਲ ਰਿਹਾ? ਕੋਈ ਸੇਵਕ ਨਹੀਂ ਬੋਲ ਰਿਹਾ, ਪ੍ਰਭੂ ਯਿਸੂ ਖੁਦ ਬੋਲ ਰਿਹਾ। ਜੇ ਮੈਂ ਸਵਰਗ ਦਾ ਨਾਗਰਿਕ ਆ ਤੇ ਮੈਨੂੰ ਕੀ ਮਿਲੇਗਾ? ਕੋਈ ਆਦਰ ਨਹੀਂ ਮਿਲੇਗਾ, ਕੋਈ ਇੱਜ਼ਤ ਨਹੀਂ ਮਿਲੇਗੀ, ਕੋਈ ਤਾਰੀਫ ਨਹੀਂ ਮਿਲੇਗੀ। ਹੈ ਸਤਾਵਟ, ਨਿੰਦਾ, ਬਦਨਾਮੀ, ਦੋਸ਼, ਵਿਰੋਧ, ਇਹ ਮੇਰੇ ਜੀਵਨ ਚ ਆਏਗਾ। ਤੇ ਇਸ ਤੋਂ ਮੈਨੂੰ ਪਤਾ ਲੱਗੇਗਾ ਕਿ ਮੈਂ ਸਵਰਗ ਦਾ ਨਾਗਰਿਕ ਆ, ਮੈਂ ਧਰਤੀ ਦਾ ਨਹੀਂ ਆ। ਇਸ ਕਰਕੇ ਜੇ ਮੈਂ ਧਰਤੀ ਦਾ ਹੁੰਦਾ ਤੇ ਮੈਨੂੰ ਇਹ ਧਰਤੀ ਦੇ ਲੋਕ ਪਿਆਰ ਕਰਦੇ। ਫਿਰ ਅੱਗੇ ਪੜਨਾ ਪੰਜਾਬੀ ਚ। ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ। ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਹਰੇਕ ਬੁਰੀ ਗੱਲ ਤੁਹਾਡੇ ਉੱਤੇ ਕੀ ਕਰਨਗੇ? ਝੂਠ ਮੂਠ ਹੀ ਲਾਉਣਗੇ। ਇਹ ਆ ਸਵਰਗ ਚ ਜਾਣ ਵਾਲੇ ਵਿਅਕਤੀ ਦੇ ਅੰਦਰ ਪ੍ਰਮਾਣ ਦੇਣਾ ਆ, ਮੈਂ ਸਵਰਗ ਦਾ ਨਾਗਰਿਕ ਆ, ਇਸ ਕਰਕੇ ਮੈਨੂੰ ਧਰਤੀ ਦੇ ਲੋਕ ਝੂਠ ਮੂਠ ਹੀ ਮੇਰੇ ਤੇ ਦੋਸ਼ ਲਾਉਂਦੇ ਆ, ਝੂਠ ਮੂਠ ਹੀ ਮੇਰੇ ਵਿਰੋਧ ਕਰਦੇ ਆ। ਤਾਂ ਅਸੀਂ ਕੀ ਕਰਨੇ? ਅਸੀਂ ਤੇ ਅਗਲੇ ਦੇ ਘਰ ਲੜਨ ਦੇ ਚਲੇ ਜਾਂਦੇ ਆ। ਅਸੀਂ ਤੇ ਸਾਡੇ ਰਿਸ਼ਤੇਦਾਰ ਵੀ ਪਾਪੀ ਆ, ਸਾਡੇ ਗਵਾਂਢੀ ਵੀ ਪਾਪੀ ਨੇ, ਅਸੀਂ ਉਹਨਾਂ ਨਾਲ ਡਾਂਗ ਫੜ ਕੇ ਲੜਨ ਚਲੇ ਜਾਂਦੇ ਆ। ਉਹ ਪਾਪੀਆਂ ਦਾ ਸਾਥ ਦਿੰਦੇ ਆ, ਕਿਉਂਕਿ ਅਸੀਂ ਆਪਣੇ ਕੰਮਾਂ ਤੋਂ ਸਬੂਤ ਦਿੰਦੇ ਕਿ ਮੈਂ ਸਵਰਗ ਦਾ ਨਾਗਰਿਕ। ਮੈਂ ਤੇ ਯਿਸੂ ਦੇ ਪਿੱਛੇ ਚੱਲਣ ਡਿਆ ਆਪਣੇ ਸਵਾਰਥ ਲਈ। ਮੇਰੀ ਢਿੱਡ ਪੀੜ ਹੁੰਦੀ ਆ ਤੇ ਦੁਆ ਕਰਾ ਲਈ ਦੀ ਠੀਕ ਹੋ ਜਾਂਦੀ ਆ, ਮੈਨੂੰ ਬੁਖਾਰ ਹੁੰਦਾ ਤੇ ਦੁਆ ਕਰਾ ਲਈ ਦੀ ਠੀਕ ਹੋ ਜਾਈਦਾ, ਕੋਈ ਜੀਵਨ 'ਚ ਸਮੱਸਿਆ ਆਏ ਤੇ ਦੁਆ ਕਰਾ ਲਈ ਦੀ ਠੀਕ ਹੋ ਜਾਈਦਾ। ਅਸੀਂ ਤੇ ਸੇਵਕ ਨੂੰ ਜਾਂ ਯਿਸੂ ਨੂੰ ਇਸ ਕਰਕੇ ਮੰਨਦੇ ਆ ਕਿ ਅਸੀਂ ਆਪਣੇ ਮਤਲਬ ਦੇ ਲਈ, ਜੇ ਸਵਰਗ ਦੇ ਨਾਗਰਿਕ ਹੋਵਾਂਗੇ ਤੇ ਅਸੀਂ ਡਾਂਗ ਨਹੀਂ ਚੁੱਕਾਂਗੇ, ਅਸੀਂ ਕਿਸੇ ਨਾਲ ਲੜਨ ਨਹੀਂ ਜਾਵਾਂਗੇ, ਅਸੀਂ ਕਿਸੇ ਦਾ ਵਿਰੋਧ ਨਹੀਂ ਕਰਾਂਗੇ। ਇਸ ਕਰਕੇ ਅਸੀਂ ਕੀ ਕਰਦੇ ਆ? ਅਸੀਂ ਪਾਪੀਆਂ ਦਾ ਵੀ ਸਾਥ ਦੇਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਦੱਸਦੇ ਵੀ ਤੁਹਾਡੇ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਆ। ਇਸ ਕਰਕੇ ਵਚਨ ਨੂੰ ਸਮਝ ਕੇ ਚੱਲਾਂਗੇ ਤੇ ਇਹ ਖੂਬੀ ਜਿਹੜੀ ਆ ਨਾ, ਜਦੋਂ ਸਾਡੇ ਅੰਦਰ ਆਏਗੀ ਤੇ ਪਤਾ ਲੱਗੇਗਾ ਕਿ ਮੈਂ ਸਵਰਗ ਦਾ ਨਾਗਰਿਕ ਆ। ਇਸ ਕਰਕੇ ਮੈਂ ਪ੍ਰਭੂ ਦੇ ਵਚਨ ਨੂੰ ਪੂਰਾ ਕਰਕੇ ਯਤਨ ਕਰਨਾ ਉਹਦੇ ਰਾਜ 'ਚ ਪ੍ਰਵੇਸ਼ ਕਰਨ ਦੇ। ਦੁਬਾਰਾ ਪੜਨਾ 11 ਵਚਨ। ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਆਨੰਦ ਹੋਵੋ ਅਤੇ ਖੁਸ਼ੀ ਕਰੋ। ਉਸ ਸਮੇਂ ਕੀ ਕਰੋ? ਆਨੰਦ ਹੋਵੋ ਅਤੇ ਖੁਸ਼ੀ ਕਰੋ। ਉਸ ਸਮੇਂ ਕਿੱਥੇ ਆਨੰਦ ਹੁੰਦਾ ਹੈ? ਆਨੰਦ ਹੋਵੋ ਤੇ ਖੁਸ਼ੀ ਕਰੋ, ਮਨਾਓ। ਪਰ ਉਸ ਸਮੇਂ ਆਨੰਦ ਹੁੰਦਾ ਹੀ ਨਹੀਂ, ਉਸ ਸਮੇਂ ਚਿਹਰੇ ਤੇ ਖੁਸ਼ੀ ਹੁੰਦੀ ਹੀ ਨਹੀਂ। ਫਿਰ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਵੀ ਹਾਂ ਇਹਨੇ ਕੋਈ ਕਾਂਡ ਕੀਤਾ ਆ, ਜਿਹੜਾ ਇਹਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਹੈਗੀ। ਫਿਰ ਅੱਗੇ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ। ਜੋ ਅਸੀਂ ਲੋਕ ਸਾਡੀ ਬੁਰਾਈ ਨਿੰਦਾ ਕਰਨਗੇ ਤੇ ਉਹਦਾ ਅਜ਼ਰ, ਉਹਦਾ ਪ੍ਰਤੀਫਲ ਸਾਨੂੰ ਸਵਰਗ 'ਚ ਪ੍ਰਭੂ ਯਿਸੂ ਦੇ ਕੋਲੋਂ ਮਿਲਣਾ ਹੈ। ਹਾਂ, ਇਸ ਲਈ ਜੋ ਉਹਨਾਂ ਨੇ ਤੁਹਾਥੋਂ ਅਗਲਿਆਂ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ। ਹਾਂ, ਤੁਹਾਡੇ ਤੋਂ ਪਹਿਲਾਂ ਜਿਹੜੇ ਨਬੀ ਸੀ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਸਤਾਇਆ ਸੀਗਾ। ਇਸ ਕਰਕੇ ਜੇ ਤੇ ਅਸੀਂ ਸਵਰਗ ਦੇ ਨਾਗਰਿਕ ਆ ਤਾਂ ਅਸੀਂ ਕੀ ਦਾਂਗੇ? ਪ੍ਰਮਾਣ ਦੇਾਂਗੇ। ਅਸੀਂ ਲੋਕ ਸਾਡਾ ਵਿਰੋਧ ਕਰਨਗੇ, ਅਸੀਂ ਕੀ ਕਰਾਂਗੇ? ਇਹ ਸਭ ਕੁਝ ਸਹਿ ਕੇ ਚੱਲਾਂਗੇ। ਇਸ ਕਰਕੇ ਜੇ ਅਸੀਂ ਸਵਰਗ ਦੇ ਨਾਗਰਿਕ ਨਹੀਂ ਆ, ਅਸੀਂ ਆਪਣੇ ਮਤਲਬ ਲਈ ਚੱਲਣ ਦੇ ਆ। ਹਾਂਜੀ, ਲੇਕਿਨ ਜਿਹੜਾ ਵਚਨ ਨੂੰ ਸਮਝ ਕੇ ਚੱਲੇਗਾ, ਪ੍ਰਭੂ ਯਿਸੂ ਤੇਰਾ ਧੰਨਵਾਦ ਜੋ ਤੇਰਾ ਮੈਂ ਵਚਨ ਸੁਣਿਆ, ਜੋ ਮੈਂ ਤੇਰਾ ਵਚਨ ਪੜ੍ਹਿਆ ਹੈ, ਅੱਜ ਉਹ ਮੇਰੇ ਜੀਵਨ 'ਚ ਪ੍ਰੈਕਟੀਕਲ ਹੋ ਰਿਹਾ, ਕਿਉਂਕਿ ਤੇਰਾ ਵਚਨ ਕੀ ਆ? ਸੱਤ ਆ।
एक वचन पढ़ के समाप्त करांगे। 8 वचन तो पढ़िए माफ करना, लूका दी अंजील उसका पढ़िए। शेर 22 वचन पढ़िए। ਧੰਨ ਹੋ ਤੁਸੀਂ ਜਦ ਮਨੁੱਖ ਦੇ ਪੁੱਤਰ ਦੇ ਕਾਰਨ ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ। ਹਾਂ, ਯਿਸੂ ਮਸੀਹ ਦੇ ਕਾਰਨ ਤੁਹਾਡੇ ਨਾਲ ਕੀ ਰੱਖਣਗੇ? ਲੋਕ ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ। ਹਾਂ, ਅਤੇ ਜਦ ਉਹ ਤੁਹਾਨੂੰ ਛੇਕ ਦੇਣਗੇ ਅਤੇ ਬੋਲੀਆਂ ਮਾਰਨਗੇ ਅਤੇ ਤੁਹਾਡਾ ਨਾਮ ਬੁਰਾ ਜਾਣ ਕੇ ਕੱਢ ਸੁੱਟਣਗੇ। ਹਾਂ, ਉਹ ਤੁਹਾਨੂੰ ਆਪਣੇ ਚੋਂ ਛੇਕ ਦੇਣਗੇ। ਹੈ, ਉਹ ਕਹਿਣਗੇ ਤੁਸੀਂ ਕੀ ਨਹੀਂ ਜੇ, ਹੈ ਤੁਸੀਂ ਸਾਡੇ ਨਾਲ, ਤੁਹਾਡਾ ਕੋਈ ਮੇਲ ਵਰਤਨ ਨਹੀਂ ਹੈਗਾ। ਹੈ, ਤਹੀਂ ਕਿਹਦੀ ਸਲਾਹ ਲੈਂਦੇ ਆ? ਪਾਪੀਆਂ ਦੀ। ਹੈ, ਪਾਪੀ ਨੇ ਮੈਨੂੰ ਕਿਹਾ ਏਦਾਂ ਕਰਨਾ, ਪਾਪੀ ਏਦਾਂ ਕਹਿੰਦਾ ਕਰਨਾ, ਪਾਪੀ ਏਦਾਂ ਕਰਨਾ। ਅਸੀਂ ਕੀ ਕਰਦੇ ਆ? ਅਸੀਂ ਵਿਆਹਾਂ ਸ਼ਾਦੀਆਂ 'ਚ ਪਾਪੀਆਂ ਦੀ ਕੀ ਲੈਂਦੇ ਆ? ਰਾਇ ਲੈਂਦੇ ਆ। ਤੇ ਜਦੋਂ ਅਸੀਂ ਪਾਪੀਆਂ ਦੀ ਰਾਇ ਲਾਂਗੇ, ਪਾਪੀਆਂ ਦੀ ਸਲਾਹ ਲਾਂਗੇ, ਤੇ ਫਿਰ ਉਹਨਾਂ ਨਾਲ ਸਾਨੂੰ ਸੇਕਣਗੇ ਥੋੜੀ। ਹੈ, ਫਿਰ ਉਹ ਕਹਿਣਗੇ ਇਹਨਾਂ ਦਾ ਧਰਮ ਬਦਲਿਆ ਹੈ, ਇਹਨਾਂ ਦਾ ਜੀਵਨ ਨਹੀਂ ਬਦਲਿਆ। ਇਸ ਕਰਕੇ ਜਿਹੜਾ ਤੇ ਵਚਨ ਨੂੰ ਸਮਝ ਕੇ ਚੱਲੇਗਾ, ਉਹਨੂੰ ਤੇ ਆਪਣੇ ਵਿੱਚੋਂ ਛੇਕ ਦੇਣਗੇ ਵੀ ਅੱਜ ਤੋਂ ਬਾਅਦ ਇਹਦੇ ਨਾਲ ਸਾਡਾ ਕੋਈ ਮੇਲ ਵਰਤਨ ਨਹੀਂ ਹੈਗਾ। ਦੁਬਾਰਾ ਪੜ੍ਹ ਕੇ ਦੇਖੀਏ। ਧੰਨ ਹੋ ਤੁਸੀਂ ਜਦ ਮਨੁੱਖ ਦੇ ਪੁੱਤਰ ਦੇ ਕਾਰਨ ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ ਅਤੇ ਜਦ ਉਹ ਤੁਹਾਨੂੰ ਛੇਕ ਦੇਣਗੇ ਅਤੇ ਬੋਲੀਆਂ ਮਾਰਨਗੇ ਅਤੇ ਤੁਹਾਡਾ ਨਾਮ ਬੁਰਾ ਜਾਣ ਕੇ ਕੱਢ ਸੁੱਟਣਗੇ। ਅੱਗੇ, ਉਸ ਦਿਨ ਆਨੰਦ ਹੋਵੋ, ਉਸ ਦਿਨ ਆਨੰਦ ਹੋਵੋ ਤੇ ਖੁਸ਼ੀ ਨਾਲ ਉਛਲੋ, ਖੁਸ਼ੀ ਨਾਲ ਉਛਲੋ, ਕਿਉਂ ਜੋ ਵੇਖੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ। ਹਾਂ, ਇਸੇ ਲਈ ਭਾਈ ਉਹਨਾਂ ਦੇ ਪਿਓ ਦਾਦਿਆਂ ਨੇ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ ਸੀ। ਉਸ ਸਮੇਂ ਅਸੀਂ ਕੀ ਕਰਨਾ? ਆਨੰਦ ਹੋਵੋ ਤੇ ਖੁਸ਼ੀ ਉਛਲੋ। ਹੈ, ਪ੍ਰਭੂ ਤੇਰਾ ਧੰਨਵਾਦ। ਮੈਂ ਕੋਈ ਗਲਤੀ ਕਰਕੇ ਨਹੀਂ ਦੁੱਖ ਪਾ ਰਿਹਾ, ਮੈਂ ਗਲਤੀ ਦੇ ਕਾਰਨ ਨਹੀਂ ਮੈਂ ਛੇਕਿਆ ਗਿਆ। ਅੱਜ ਮੇਰੇ ਰਿਸ਼ਤੇਦਾਰ ਮੈਨੂੰ ਛੱਡ ਰਹੇ ਆ, ਕਿਉਂ? ਤੇਰੇ ਇਸ ਵਚਨ ਨੂੰ ਪੂਰਾ ਕਰਨ ਦੇ ਕਾਰਨ। ਯਤਨ ਕਰਾਂਗੇ, ਪੂਰਾ ਕਰਕੇ ਚੱਲਾਂਗੇ, ਤੇ ਫਿਰ ਪਤਾ ਲੱਗੇਗਾ ਇਹ ਵਿਅਕਤੀ ਸਵਰਗ ਦਾ ਨਾਗਰਿਕ ਹੈ, ਇਹ ਪਰਮੇਸ਼ਰ ਦੇ ਘਰਾਣੇ ਦਾ ਵਿਅਕਤੀ ਹੈ। ਅਸੀਂ ਤੇ ਬਲਵਾ ਕਰਕੇ ਚੱਲ ਰਹੇ ਆ, ਅਸੀਂ ਤੇ ਵਚਨ ਦੇ ਵਿਰੋਧ 'ਚ ਚੱਲਣ ਦੇ ਆ। ਜਿਹੜਾ ਚੱਲੇਗਾ ਉਹਦੇ ਜੀਵਨ 'ਚ ਐਸਾ ਹੋਵੇਗਾ। ਇਸ ਕਰਕੇ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਇਹ ਵਚਨ ਦਾ ਗਿਆਨ ਹੋਣ ਦੇ ਕਾਰਨ ਮੇਰੇ ਜੀਵਨ 'ਚ ਕਿੰਨੇ ਤਰ੍ਹਾਂ ਦੇ ਦੁੱਖ, ਕਸ਼ਟ, ਬਿਮਾਰੀਆਂ, ਪਰੇਸ਼ਾਨੀਆਂ, ਕਈ ਕੁਛ ਆਇਆ। ਲੇਕਿਨ ਕੀ ਆ ਕਿ ਇਹ ਵਚਨ ਦਾ ਗਿਆਨ ਹੋਣ ਦੇ ਕਾਰਨ ਕੀ ਆ, ਉਸ ਸਮੇਂ ਖੁਸ਼ੀ ਹੁੰਦੀ ਆ ਕਿ ਪ੍ਰਭੂ ਲੋਕ ਤੇ ਗਲਤੀਆਂ ਕਰਕੇ ਕੀ ਕਰਦੇ ਆ? ਦੁੱਖ ਉਠਾਉਂਦੇ ਆ। ਹੈ, ਲੇਕਿਨ ਪ੍ਰਭੂ ਤੇਰੇ ਵਚਨ ਨੂੰ ਪੂਰਾ ਕਰਨ ਦੇ ਕਾਰਨ, ਤੇਰੀ ਆਗਿਆ ਦਾ ਪਾਲਣ ਕਰਨ ਦੇ ਕਾਰਨ ਅੱਜ ਮੇਰੇ ਸਾਥ ਐਸਾ ਹੋ ਰਿਹਾ ਹੈ। ਉਸ ਸਮੇਂ ਉਹ ਆਨੰਦ ਹੋਵੇਗਾ ਤੇ ਖੁਸ਼ੀ ਮਨਾਏਗਾ ਤੇ ਉਛਲੇਗਾ। ਹੈ ਕਿ ਪ੍ਰਭੂ ਤੇਰੇ ਵਚਨ ਨੂੰ ਪੂਰਾ ਕਰਨ ਦੇ ਕਾਰਨ, ਮੈਂ ਤੇਰੇ ਰਾਜ 'ਚ ਪ੍ਰਵੇਸ਼ ਕਰਨ ਦੇ ਕਾਰਨ ਮੈਂ ਯਤਨ ਕਰ ਰਿਹਾ। ਇਸ ਕਰਕੇ ਉਹ ਕੀ ਕਰੇਗਾ? ਉਹ ਸੰਸਾਰ ਤੋਂ ਘਟਦਾ ਜਾਏਗਾ ਤੇ ਆਤਮਿਕ ਜੀਵਨ 'ਚ ਵੱਧਦਾ ਜਾਏਗਾ। ਉਹ ਆਪਣੇ ਜੀਵਨ ਦੇ ਕੰਮਾਂ ਤੋਂ ਕੀ ਦੇਗਾ? ਪ੍ਰਮਾਣ ਦੇਗਾ, ਸਬੂਤ ਦੇਗਾ। ਪ੍ਰਭੂ ਇਸ ਵਚਨ ਦੇ ਦੁਆਰਾ ਆਸ਼ੀਸ਼ ਦੇ। ਆइए अपनी अखा बंद करिए, सिरा में करिए, प्रार्थना करिए। शक्तिमान परमेश्वर प्रभु यीशु मसीह,
ਮੈਂ ਤੁਹਾਡਾ ਸ਼ੁਕਰ, ਤੁਹਾਡਾ ਧੰਨਵਾਦ ਕਰਦਾ ਹਾਂ ਸਵਰਗੀ ਪਿਤਾ, ਜੋ ਤੁਸੀਂ ਪ੍ਰਭੂ ਯਿਸੂ ਅੱਜ ਵੀ ਆਪਣਾ ਵਚਨ ਸਾਡੇ ਵਿੱਚ ਆਸ਼ੀਸ਼ ਕਰਕੇ ਦਿੱਤਾ। ਪ੍ਰਭੂ ਜੀ, ਇਹ ਵਚਨ ਤੇ ਤੁਹਾਡੇ ਚਰਨਾਂ 'ਚ ਬੈਠਾ ਹਰ ਵਿਅਕਤੀ ਗੌਰ ਕਰੇ। ਔਰ ਪ੍ਰਭੂ ਇਹ ਵਚਨ ਜਦ ਪ੍ਰਭੂ ਬਹੁਤ ਸਾਰੇ ਲੋਕਾਂ ਨੇ ਸੁਣਨਾ ਆ, ਉਹਨਾਂ ਦੇ ਜੀਵਨ ਲਈ ਵੀ ਇਹ ਆਸ਼ੀਸ਼ ਦਾ ਕਾਰਨ ਬਣੇ, ਔਰ ਉਹ ਵੀ ਤੁਹਾਡੇ ਵਚਨ ਨੂੰ ਸੁਣ ਕੇ ਆਪਣੀਆਂ ਗਲਤੀਆਂ ਦਾ ਸੁਧਾਰ ਕਰਕੇ ਤੁਹਾਡੇ ਵਿੱਚ ਤੁਹਾਡੀ ਮਰਜ਼ੀ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਕੇ ਚੱਲਣ। ਪਿਆਰੇ ਪ੍ਰਭੂ, ਮੈਂ ਤੁਹਾਡੇ ਹੱਥ ਵਿੱਚ ਇਸ ਵਚਨ ਨੂੰ ਜੋ ਰਿਕਾਰਡਿੰਗ ਕੀਤਾ ਆ, ਆਸ਼ੀਸ਼ ਕਰਕੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਆ ਜੀ। ਹਾਲੇਲੂਇਆ। ਔਰ ਪ੍ਰਭੂ, ਬਹੁਤ ਸਾਰੇ ਲੋਕ ਤੇਰੇ ਵਚਨ ਨੂੰ ਸੁਣ ਕੇ ਵਿਸ਼ਵਾਸ ਕਰ ਲੈਣ ਔਰ ਗਲਤ ਉਪਦੇਸ਼ ਚੋਂ ਨਿਕਲ ਕੇ ਸਹੀ ਸਿੱਖਿਆ ਨੂੰ ਕਬੂਲ ਕਰ ਲੈਣ। ਔਰ ਪ੍ਰਭੂ, ਜੋ ਤੌਬਾ ਕਰਕੇ ਬਪਤਿਸਮਾ ਲੈ ਕੇ ਪਵਿੱਤਰ ਆਤਮਾ ਪਾ ਕੇ ਪਿੱਛੇ ਹਟ ਗਏ ਆ, ਉਹ ਵੀ ਜਦ ਸੁਣਨ ਤੋਂ ਆਪਣੀ ਗਿਰੀ ਹੋਈ ਹਾਲਤ 'ਚ ਉੱਠ ਕੇ ਖੜੇ ਹੋ ਜਾਣ। ਪ੍ਰਭੂ, ਤੇਰਾ ਵਚਨ ਬਹੁਤ ਸਾਰੀਆਂ ਜ਼ਿੰਦਗੀਆਂ 'ਚ ਕੰਮ ਕਰੇ ਔਰ ਫਲ ਲੈ ਕੇ ਆਏ। ਪ੍ਰਭੂ ਜੀ, ਤੁਹਾਡੀ ਹਜ਼ੂਰੀ ਪਿਆਰੇ ਪ੍ਰਭੂ ਸਾਡੇ ਸਭਨਾਂ ਦੇ ਸਾਥ ਪੂਰੀ ਰਾਤ ਸੰਭਾਲੋ। ਔਰ ਹਰ ਵਿਅਕਤੀ ਆਪਣੇ ਬਿਸਤਰੇ ਤੇ ਜਦ ਲੇਟੇ ਇਸ ਵਚਨ ਦੇ ਉੱਤੇ ਗੌਰ ਕਰੇ। ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਤੁਹਾਡਾ ਪਵਿੱਤਰ ਨਾਮ ਲੈ ਕੇ ਅਸੀਂ ਮੰਗ ਲੈਂਦੇ ਹਾਂ। ਆਮੀਨ। ਪ੍ਰਭੂ ਯਿਸੂ ਦਾ ਅਨੁਗ੍ਰਹ, ਪਰਮੇਸ਼ਰ ਦਾ ਪ੍ਰੇਮ, ਪਵਿੱਤਰ ਆਤਮਾ ਦੀ ਸੰਗਤੀ ਇਸ ਛੋਟੇ ਝੁੰਡ ਦੇ ਸਾਥ, ਪੂਰੀ ਕਲੀਸਿਆ ਦੇ ਸਾਥ, ਪ੍ਰਭੂ ਦੇ ਚੁਣੇ ਹੋਏ ਦਾਸ ਦਾਸੀਆਂ ਦੇ ਸਾਥ ਪ੍ਰਭੂ ਯਿਸੂ ਦੀ ਆਮਦ ਤੱਕ ਹੁੰਦੀ ਰਹੇ। ਆਮੀਨ। ਜੈ जय मसीह।